ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਹੁਣ ਤੁਹਾਨੂੰ ਅਸੀਂ ਕੈਨੇਡਾ ਭਰ ਤੋਂ ਕਈ ਅਹਿਮ ਖਬਰਾਂ ਦੱਸਾਂਗੇ। ਸ਼ੁਰੂਆਤ ਕਰਾਂਗੇ ਜੋ ਕੈਨੇਡਾ ਦੇ ਕੁਝ ਸੂਬਿਆਂ ਦੇ ਵਾਸਤੇ ਚੇਤਾਵਨੀ ਵਾਤਾਵਰਣ ਵਿਭਾਗ ਨੇ ਦਿੱਤੀ ਹੈ। ਜੋ ਅਮਰੀਕਾ ਤੋਂ ਸ਼ੁਰੂ ਹੋਇਆ ਤੂਫਾਨ ਇਸ ਪੂਰਾ ਹਫਤਾ ਵੱਖੋ ਵੱਖਰੇ ਸੂਬਿਆਂ ਦੇ ਕਿਹੜੇ ਹਿੱਸਿਆਂ ਦੇ ਉੱਤੇ ਪ੍ਰਭਾਵ ਪਾਵੇਗਾ ਤੇ ਇਸ ਤੂਫਾਨ ਦੇ ਬਾਰੇ ਸਾਰੀ ਜਾਣਕਾਰੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਹੁਣ ਅਸੀਂ ਦੱਸਾਂਗੇ। ਦੱਖਣੀ ਸਸਕੈਚੁਅਨ, ਮੈਨੀਟੋਬਾ, ਓਨਟਾਰੀਓ ਤੇ ਕਿਊਬੈਕ ਦੇ ਕਈ ਹਿੱਸਿਆਂ ਨੂੰ ਇੱਕ ਤੂਫਾਨ ਦੇ ਬਾਰੇ ਚੇਤਾਵਨੀ ਦਿੱਤੀ ਗਈ ਹੈ। ਅਮਰੀਕਾ ਤੋਂ ਸ਼ੁਰੂ ਹੋਇਆ ਇਹ ਤੂਫਾਨ ਜੋ ਕੈਨੇਡਾ ਤੇ ਮੈਕਸੀਕੋ ਦੇ ਵੀ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰੇਗਾ। ਐਤਵਾਰ ਨੂੰ ਇੱਕ ਰਿਪੋਰਟ ਜਾਰੀ ਕੀਤੀ ਗਈ ਕਿ ਕੋਲੋਰਾਡੋ ਤੋਂ ਇਸ ਹਫ਼ਤੇ ਸ਼ੁਰੂ ਹੋਇਆ ਤੂਫਾਨ 3000 ਕਿਲੋਮੀਟਰ ਦੇ ਹਿੱਸੇ ਨੂੰ ਪ੍ਰਭਾਵਿਤ ਕਰੇਗਾ। ਨੈਸ਼ਨਲ ਓਸ਼ਨ ਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਸਰਦੀਆਂ ਦੌਰਾਨ ਜੋ ਕੋਲੋਰਾਡੋ ਤੋਂ ਘੱਟ ਦਬਾਅ ਦੇ ਨਾਲ ਤੂਫਾਨ ਸ਼ੁਰੂ ਹੁੰਦਾ ਹੈ, ਉਸ ਦਾ ਅਸਰ ਅਮਰੀਕਾ ਦੇ ਕਈ ਪਲੇਨ ਖੇਤਰਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਕੈਨੇਡਾ ਦੇ ਵਾਤਾਵਰਣ ਵਿਭਾਗ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ ਵਿੱਚ ਇਸ ਹਫ਼ਤੇ ਤੂਫਾਨ ਦਾ ਅਸਰ ਦਿਖਾਈ ਦੇ ਸਕਦਾ ਹੈ, ਉੱਥੇ ਪਹਿਲਾਂ ਹੀ ਇਸ ਸਮੇਂ ਬਰਫ਼ਬਾਰੀ ਹੋ ਰਹੀ ਹੈ। ਦੱਖਣੀ ਮੈਨੀਟੋਬਾ ਤੇ ਤੂਫਾਨ ਦਾ ਅਸਰ ਦਿਖਾਈ ਦੇਵੇਗਾ। ਮੰਗਲਵਾਰ ਦੀ ਰਾਤ ਨੂੰ ਜ਼ਿਆਦਾ ਬਰਫ਼ਬਾਰੀ ਮੈਨੀਟੋਬਾ ਤੇ ਸਸਕੈਚੁਅਨ ਦੇ ਦੱਖਣੀ ਹਿੱਸਿਆਂ ਦੇ ਵਿੱਚ ਹੋਵੇਗੀ ਤੇ ਬੁੱਧਵਾਰ ਤੱਕ ਜਾਰੀ ਰਹੇਗੀ ਤੇ ਕਈ ਹਿੱਸਿਆਂ ਵਿੱਚ ਬਰਫ਼ੀਲਾ ਤੂਫਾਨ ਵੀਰਵਾਰ ਤੱਕ ਵੀ ਜਾਰੀ ਰਹੇਗਾ, ਜਿਸ ਦੇ ਲਈ ਵਾਤਾਵਰਣ ਵਿਭਾਗ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਤਿਆਰ ਰਹਿਣ ਦੀ ਲੋੜ ਹੈ ਕਿ ਹੋਰ ਜ਼ਿਆਦਾ ਬਰਫ਼ਬਾਰੀ ਹੋਵੇਗੀ ਤੇ ਸੜਕਾਂ ਦੇ ਉੱਤੇ ਗੱਡੀ ਚਲਾਉਣ ਦੇ ਲਈ ਹਾਲਾਤ ਵੀ ਠੀਕ ਨਹੀਂ ਨੇ। ਤਾਂ ਇਸ ਦੌਰਾਨ ਜੇਕਰ ਜ਼ਰੂਰੀ ਨਹੀਂ ਹੈ ਤਾਂ ਟਰੈਵਲ ਦੇ ਵਾਸਤੇ ਕੋਈ ਵੀ ਪਲਾਨ ਨਾ ਬਣਾਇਆ ਜਾਵੇ। ਇਸ ਹਫ਼ਤੇ ਦੇ ਅੰਤ ਤੱਕ ਇਹ ਤੂਫਾਨ ਓਨਟਾਰੀਓ ਦੇ ਪੂਰਬੀ ਖੇਤਰ ਦੇ ਵਿੱਚ ਪਹੁੰਚ ਜਾਵੇਗਾ, ਜਿਸ ਦਾ ਪ੍ਰਭਾਵ ਉੱਥੇ ਪੱਛਮੀ ਤੇ ਦੱਖਣੀ ਓਨਟਾਰੀਓ ਸਮੇਤ ਕਿਊਬੈਕ ਤੇ ਵੀ ਦੇਖਣ ਨੂੰ ਮਿਲੇਗਾ, ਜਿੱਥੇ ਵੀਰਵਾਰ ਤੇ ਸ਼ੁੱਕਰਵਾਰ ਤੱਕ ਬਰਫ਼ੀਲਾ ਤੂਫਾਨ ਆਪਣਾ ਅਸਰ ਦਿਖਾਵੇਗਾ, ਜਿਸ ਦੇ ਬਾਰੇ ਨਾਲ ਦੀ ਨਾਲ এনवायरमेंट ਕੈਨੇਡਾ ਦੇ ਵੱਲੋਂ ਜਾਣਕਾਰੀ ਸਾਂਝੀ ਵੀ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਕੀਤੀ ਜਾਵੇਗੀ। ਜਿਵੇਂ ਕਿ ਇਹ ਚੇਤਾਵਨੀ ਦਿੱਤੀ ਗਈ ਹੈ ਤਾਂ ਕੈਨੇਡਾ ਦੇ ਵਾਤਾਵਰਣ ਵਿਭਾਗ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਅਪਡੇਟਸ ਵੀ ਇਸ ਪੂਰਾ ਹਫ਼ਤਾ ਦਿੱਤੀਆਂ ਜਾਣਗੀਆਂ, ਜਿਸ ਦੇ ਉੱਤੇ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ, ਜੋ ਉਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਸਾਰੀ ਜਾਣਕਾਰੀ ਮੌਜੂਦ ਹੈ। ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਅੱਗੇ ਖਬਰ ਹੈ ਕਿ ਜਗਮੀਤ ਸਿੰਘ ਨੇ ਇੱਕ ਤਰ੍ਹਾਂ ਨਾਲ NDP ਦੇ ਵੱਲੋਂ ਲਿਬਰਲਸ ਨੂੰ ਧਮਕੀ ਦਿੱਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇੱਕ ਸਮਝੌਤਾ ਹੋਇਆ ਸੀ ਜੋ ਤੋੜਿਆ ਜਾ ਸਕਦਾ ਹੈ। ਆਖਿਰ ਕਿਉਂ ਤੇ ਕੀ ਅਜਿਹੇ ਹਾਲਾਤ ਬਣੇ ਨੇ ਕਿ ਇਹ ਨੌਬਤ ਆ ਗਈ ਕਿ ਜਗਮੀਤ ਸਿੰਘ ਆਪਣਾ ਸਮਰਥਨ ਵਾਪਸ ਲੈ ਸਕਦੇ ਨੇ, ਉਸ ਦੇ ਬਾਰੇ ਹੁਣ ਤੁਹਾਨੂੰ ਅਸੀਂ ਦੱਸਾਂਗੇ। NDP ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲਸ ਦੇ ਨਾਲ ਜੋ ਉਹਨਾਂ ਨੇ ਸਹਿਮਤੀ ਦਿੱਤੀ ਸੀ ਉਸ ਨੂੰ ਉਹ ਵਾਪਸ ਲੈ ਸਕਦੇ ਨੇ। ਜਿਵੇਂ ਕਿ ਜਸਟਿਨ ਟਰੂਡੋ ਅੱਗੇ ਕੁਝ ਸ਼ਰਤਾਂ ਰੱਖਦੇ ਹੋਏ ਜਗਮੀਤ ਸਿੰਘ ਦੀ ਪਾਰਟੀ ਨੇ ਭਰੋਸਾ ਦਿਵਾਇਆ ਸੀ ਕਿ ਉਹ NDP ਦੇ ਵੱਲੋਂ ਸਮਰਥਨ ਦਿੰਦੇ ਰਹਿਣਗੇ ਤਾਂ ਕਿ ਸਰਕਾਰ ਨਾ ਟੁੱਟੇ। ਪਰ ਸਿਹਤ ਸੰਬੰਧੀ ਮੌਜੂਦਾ ਹਾਲਾਤ ਦਾ ਜ਼ਿਕਰ ਕਰਦੇ ਹੋਏ ਧਮਕੀ ਦੀ ਤਰ੍ਹਾਂ ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਸਿਹਤ ਸੰਬੰਧੀ ਜੋ ਮੌਜੂਦਾ ਹਾਲਾਤ ਨੇ ਉਸੇ ਨਾਲ ਨਜਿੱਠਣ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਉਹ ਆਪਣਾ ਸਮਰਥਨ ਵਾਪਸ ਲੈ ਲੈਣਗੇ, ਜਿਸ ਤੋਂ ਬਾਅਦ ਸਾਲ 2025 ਤੋਂ ਪਹਿਲਾਂ ਹੀ ਵੋਟਾਂ ਵੀ ਹੋ ਸਕਦੀਆਂ ਨੇ। ਜਗਮੀਤ ਸਿੰਘ ਨੇ ਸਾਫ਼ ਕਿਹਾ ਕਿ ਹੈਲਥ ਕੇਅਰ ਦੇ ਉੱਤੇ ਜੇਕਰ ਕੋਈ ਐਕਸ਼ਨ ਉਹਨਾਂ ਨੂੰ ਨਾ ਦਿਖਾਈ ਦਿੱਤਾ ਤਾਂ ਉਹ ਆਪਣਾ ਸਮਰਥਨ ਵਾਪਸ ਲੈ ਲੈਣਗੇ। ਸੋਮਵਾਰ ਨੂੰ ਇੱਕ ਪ੍ਰੈਸ ਵਾਰਤਾ ਦੌਰਾਨ ਜਗਮੀਤ ਸਿੰਘ ਨੇ ਇਹ ਬਿਆਨ ਦਿੱਤਾ, ਜਿਨ੍ਹਾਂ ਨੇ ਇਹ ਜ਼ਿਕਰ ਵੀ ਕੀਤਾ ਕਿ ਅਲਬਰਟਾ ਵਿੱਚ ਚਿਲਡਰਨਸ ਹਸਪਤਾਲ ਹੈ ਜੋ ਕੈਲਗਰੀ ਦਾ, ਉੱਥੇ ਇੱਕ ਹੀਟਡ ਟ੍ਰੇਲਰ ਦੀ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਬੱਚੇ ਜੋ ਹਸਪਤਾਲ ਦੇ ਵਿੱਚ ਥਾਂ ਘੱਟ ਹੈ ਤੇ ਮਰੀਜ਼ਾਂ ਦੀ ਗਿਣਤੀ ਵੱਧ ਹੋ ਗਈ ਹੈ, ਜਿਸ ਕਰਕੇ ਉਹਨਾਂ ਨੂੰ ਮਦਦ ਦੇਣ ਦੇ ਲਈ ਟ੍ਰੇਲਰ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੁਝ ਇਸੇ ਤਰ੍ਹਾਂ ਕੈਨੇਡਾ ਭਰ ਵਿੱਚ ਵੱਖੋ ਵੱਖਰੇ ਹਸਪਤਾਲਾਂ ਵਿੱਚ ਇਸ ਸਮੇਂ ਲੰਮੀ ਉਡੀਕ ਕਰਨਾ ਤਾਂ ਬੇਸ਼ੱਕ ਆਮ ਜਿਹਾ ਹੋ ਗਿਆ ਹੈ, ਸਗੋਂ ਜਦੋਂ ਜ਼ਿਆਦਾ ਐਮਰਜੈਂਸੀ ਵੀ ਹੁੰਦੀ ਹੈ ਤਾਂ ਉਸ ਸਮੇਂ ਵੀ ਮਰੀਜ਼ਾਂ ਦੀ ਦੇਖਭਾਲ ਲਈ ਹੋ ਰਹੀ ਦੇਰੀ ਉਹਨਾਂ ਦੇ ਲਈ ਵੱਡੇ ਨੁਕਸਾਨ ਦਾ ਕਾਰਨ ਬਣ ਰਹੀ ਹੈ। ਇਸ ਦੌਰਾਨ ਜਗਮੀਤ ਸਿੰਘ ਨੇ ਇਹ ਵੀ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੂਬਿਆਂ ਦੇ ਪ੍ਰੀਮੀਅਰਸ ਦੇ ਨਾਲ ਬੈਠਕ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਹੱਲ ਲੱਭਿਆ ਜਾ ਸਕੇ। ਇੱਥੇ ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਦੇ ਵੱਲੋਂ ਇਸ ਸਮੇਂ ਇਹ ਧਮਕੀ ਦਿੱਤੀ ਗਈ ਹੈ ਤਾਂ ਕੁਝ ਦਿਨ ਪਹਿਲਾਂ ਲਿਬਰਲਸ ਨੇ ਆਪਣੇ ਲੋਕ ਸਭਾ ਮੈਂਬਰਾਂ ਨੂੰ ਚੋਣਾਂ ਦੀ ਤਿਆਰੀ ਕਰਨ ਦੇ ਬਾਰੇ ਵੀ ਸੰਕੇਤ ਦਿੱਤੇ ਸਨ, ਜਿਸ ਤੋਂ ਬਾਅਦ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਛੇਤੀ ਹੀ ਦੁਬਾਰਾ ਤੋਂ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ। ਤੇ ਹੁਣ ਇਸ ਦੇ ਉੱਤੇ ਅੱਗੇ ਕੋਈ ਵੀ ਹੋਰ ਅਪਡੇਟ ਸਾਹਮਣੇ ਆਵੇਗੀ ਤਾਂ ਤੁਹਾਨੂੰ ਦੱਸਾਂਗੇ। ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਓਨਟਾਰੀਓ ਦੇ ਵਿੱਚ ਇੱਕ ਡਰਾਈਵਰ ਨੂੰ ਕਾਬੂ ਕੀਤਾ ਗਿਆ ਜੋ ਕਿ 234 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ। ਓਨਟਾਰੀਓ ਵਿੱਚ ਮਾਰਖਮ ਤੋਂ ਸੋਮਵਾਰ ਦੀ ਸਵੇਰ ਨੂੰ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਡਰਾਈਵਰ ਗੱਡੀ ਨੂੰ 234 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਉੱਤੇ ਚਲਾ ਰਿਹਾ ਸੀ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇਸ ਦੇ ਬਾਰੇ ਦੱਸਿਆ ਕਿ ਮਾਰਖਮ ਵਿੱਚ ਹਾਈਵੇ ਦੇ ਉੱਤੇ ਇੱਕ ਡਰਾਈਵਰ ਨੂੰ ਰੋਕਿਆ ਗਿਆ ਜੋ ਕਿ ਸਵੇਰੇ 2 ਵਜੇ ਸੋਮਵਾਰ ਨੂੰ ਉਸ ਨੂੰ ਰੋਕਿਆ ਗਿਆ 234 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਗੱਡੀ ਚਲਾਉਂਦੇ ਹੋਏ ਹਾਈਵੇ 404 ਤੇ ਹਾਈਵੇ 407 ਦੇ ਖੇਤਰ ਵਿੱਚ ਅਜਿਹਾ ਹੋਇਆ, ਜਿਸ ਤੋਂ ਬਾਅਦ
ਉਸ ਡਰਾਈਵਰ ਦੇ ਲਾਇਸੈਂਸ ਨੂੰ 30 ਦਿਨ ਦੇ ਲਈ ਰੱਦ ਕਰ ਦਿੱਤਾ ਗਿਆ ਤੇ 14 ਦਿਨ ਦੇ ਲਈ ਉਸ ਦੇ ਵਾਹਨ ਨੂੰ ਜ਼ਬਤ ਕਰ ਲਿਆ ਗਿਆ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਵੱਲੋਂ ਤਾਂ ਪਹਿਲਾਂ ਹੀ ਚੇਤਾਵਨੀ ਦਿੱਤੀ ਜਾ ਰਹੀ ਸੀ ਕਿ ਉਹਨਾਂ ਨੇ ਕਿਹਾ ਕਿ ਐਤਵਾਰ ਨੂੰ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕਾਫੀ ਜ਼ਿਆਦਾ ਸੜਕ ਹਾਦਸੇ ਵਾਪਰਨ ਦੇ ਮਾਮਲੇ ਸਾਹਮਣੇ ਆਏ ਨੇ, ਕਿਉਂਕਿ ਬਰਫ਼ਬਾਰੀ ਦੇ ਕਰਕੇ ਸੜਕਾਂ ਦੇ ਉੱਤੇ ਤੇਜ਼ ਗੱਡੀਆਂ ਚਲਾਉਣ ਦੇ ਹਾਲਾਤ ਨਹੀਂ ਨੇ। ਪਰ ਅਜਿਹੇ ਵਿੱਚ ਇਹ ਡਰਾਈਵਰ 234 ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਜਿਵੇਂ ਕਿ ਇਸ ਡਰਾਈਵਰ ਦੇ ਉੱਤੇ ਕਾਰਵਾਈ ਹੋਈ ਹੈ ਤਾਂ ਹੋਰ ਡਰਾਈਵਰਸ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਅਜਿਹੇ ਵਿੱਚ ਜਦੋਂ ਕੋਈ ਅਣਗਹਿਲੀ ਕੀਤੀ ਜਾਵੇ ਤਾਂ ਆਪਣੇ ਨਾਲ ਸੜਕ ਦੀ ਵਰਤੋਂ ਕਰਨ ਵਾਲੇ ਹੋਰ ਵਿਅਕਤੀਆਂ ਦਾ ਨੁਕਸਾਨ ਵੀ ਕੀਤਾ ਜਾ ਸਕਦਾ ਹੈ, ਜੋ ਕਿ ਕਾਫੀ ਜ਼ਿਆਦਾ ਗੰਭੀਰ ਸਾਬਤ ਹੋ ਸਕਦਾ ਹੈ, ਜਿਸ ਕਰਕੇ ਜ਼ਰੂਰੀ ਹੈ ਕਿ ਸੜਕੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਹੁਣ ਰੁਖ ਅਗਲੀ ਖਬਰ ਦੇ ਵੱਲ ਕਰਾਂਗੇ। ਹੈਮਿਲਟਨ ਦੇ ਵਿੱਚ ਜੋ ਲੰਘੇ ਹਫ਼ਤੇ ਦੇ ਦੌਰਾਨ ਤੀਜੀ ਵਾਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਹੁਣ ਇੱਕ ਨੌਜਵਾਨ ਦਾ ਕਤਲ ਹੋਇਆ। ਹੈਮਿਲਟਨ ਵਿੱਚ ਇਸ ਸਾਲ ਦਾ ਇੱਕ 5ਵਾਂ ਕਤਲ ਹੋਇਆ। 23 ਸਾਲ ਦਾ ਨੌਜਵਾਨ ਜਿਸ ਦਾ ਕਿ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਹੈਮਿਲਟਨ ਤੋਂ ਪੁਲਿਸ ਨੇ ਦੱਸਿਆ ਕਿ ਐਤਵਾਰ ਦੀ ਰਾਤ ਨੂੰ 8 ਵਜੇ ਦੇ ਨੇੜੇ ਦਾ ਸਮਾਂ ਸੀ ਜਦੋਂ ਮੌਰਿਸ ਐਵੇਨਿਊ ਦੇ ਉੱਤੇ ਉਹਨਾਂ ਨੂੰ ਬੁਲਾਇਆ ਗਿਆ। ਜਦੋਂ ਉਹ ਮੌਕੇ ਦੇ ਉੱਤੇ ਪਹੁੰਚੇ ਤਾਂ ਸੜਕ ਦੇ ਵਿਚਾਲੇ ਐਵਰਟਨ ਫਰੋਸਟ ਨਾਮਕ 23 ਸਾਲ ਦਾ ਨੌਜਵਾਨ ਮੌਜੂਦ ਸੀ, ਜਿਸ ਤੇ ਗੋਲੀਆਂ ਲੱਗੀਆਂ ਹੋਈਆਂ ਸਨ, ਜਿਸ ਨੇ ਕਿ ਬਾਅਦ ਵਿੱਚ ਦਮ ਤੋੜ ਦਿੱਤਾ। ਮੌਕੇ ਤੋਂ ਇੱਕ ਵਾਹਨ ਵੀ ਫਰਾਰ ਹੋਇਆ, ਜਿਸ ਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਕਤਲ ਦੇ ਇਸ ਮਾਮਲੇ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਉਹ ਨਹੀਂ ਦੇ ਸਕਦੇ, ਪਰ ਐਵਰਟਨ ਫਰੋਸਟ ਜੋ ਕਿ 23 ਸਾਲ ਦਾ ਨੌਜਵਾਨ ਹੈਮਿਲਟਨ ਦਾ ਰਹਿਣ ਵਾਲਾ ਸੀ, ਉਹ ਉੱਥੇ ਕਈ ਸਾਲ ਤੋਂ ਰਹਿ ਰਿਹਾ ਸੀ, ਜਿਸ ਦੇ ਬਾਰੇ ਡਿਟੈਕਟਿਵ ਸਰਜਨ ਸਾਰਾ ਬੈਕ ਨੇ ਜਾਣਕਾਰੀ ਸਾਂਝੀ ਕੀਤੀ ਹੈ, ਜਿਨ੍ਹਾਂ ਨੇ ਕਿਹਾ ਕਿ ਉਹ ਪੀੜਤ ਦੇ ਬਾਰੇ ਹੋਰ ਜਾਂਚ ਕਰ ਰਹੇ ਨੇ ਤੇ ਨਾਲ ਹੀ ਗੋਲੀਆਂ ਚਲਾਉਣ ਵਾਲੇ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਜਿਸ ਦੇ ਵਿੱਚ ਜੋ ਇਹ ਜਾਣਕਾਰੀ ਦਿੱਤੀ ਗਈ ਹੈ ਤਾਂ ਨਾਲ ਹੀ ਦੱਸਿਆ ਗਿਆ ਹੈਮਿਲਟਨ ਵਿੱਚ ਸਾਲ 2022 ਵਿੱਚ ਹੋਇਆ ਇਹ 5ਵਾਂ ਕਤਲ ਹੈ, ਜਦਕਿ ਸਾਲ 2021 ਵਿੱਚ ਹੈਮਿਲਟਨ 'ਚ 20 ਕਤਲ ਹੋਏ ਸਨ ਤੇ ਸਾਲ 2020 ਵਿੱਚ 18 ਕਤਲ ਹੋਏ ਸੀ। ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 546 4925 ਤੇ ਫੋਨ ਕਰਕੇ ਦੱਸਿਆ ਜਾ ਸਕਦਾ ਹੈ। ਹੁਣ ਦੇਖੋ ਅਗਲੀ ਖਬਰ ਦੇ ਵੱਲ ਕਰਾਂਗੇ, ਜੋ ਖਾਸ ਤੌਰ ਦੇ ਉੱਤੇ ਇਮੀਗ੍ਰੇਸ਼ਨ ਵਿੱਚ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਲਾਈਆਂ ਹੋਈਆਂ ਨੇ ਉਹਨਾਂ ਦੇ ਲਈ ਬੇहद ਅਹਿਮ ਹੈ। ਦਰਅਸਲ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ, ਜਿਸ ਦੇ ਵਿੱਚ ਕਿਤੇ ਨਾ ਕਿਤੇ ਇਹ ਕਾਰਨ ਵੀ ਸਾਹਮਣੇ ਆ ਰਿਹਾ ਹੈ ਕਿ ਕਿਉਂ ਕਈ ਅਜਿਹੀਆਂ ਫਾਈਲਾਂ ਨੇ ਜਿਨ੍ਹਾਂ ਦੇ ਉੱਤੇ ਕਈ ਸਾਲ ਤੋਂ ਕੋਈ ਜਵਾਬ ਹੀ ਨਹੀਂ ਆ ਰਿਹਾ। ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੁਝ ਅਜਿਹੇ ਇਮੀਗ੍ਰੇਸ਼ਨ ਆਫੀਸਰਸ ਨੂੰ ਫਾਈਲਾਂ ਅਸਾਈਨ ਕੀਤੀਆਂ ਗਈਆਂ ਜਿਹੜੇ ਕਿ ਇਸ ਸਮੇਂ ਕੰਮ ਹੀ ਨਹੀਂ ਕਰ ਰਹੇ। ਕੀ ਇਹ ਪੂਰਾ ਮਾਮਲਾ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਵਿਸਥਾਰ ਦੇ ਵਿੱਚ ਦੱਸਾਂਗੇ। ਕੈਨੇਡਾ ਦਾ ਵੀਜ਼ਾ, ਪੀਆਰ, ਵਰਕ ਪਰਮਿਟ ਜਾਂ ਹੋਰ ਕਿਸੇ ਫਾਈਲ ਲਈ ਅਪਲਾਈ ਕਰਨ ਵਾਲੇ ਹਜ਼ਾਰਾਂ ਅਰਜ਼ੀ ਧਾਰਕ ਅਜਿਹੇ ਨੇ ਜਿਨ੍ਹਾਂ ਨੂੰ ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਕੋਈ ਜਵਾਬ ਨਹੀਂ ਉਹਨਾਂ ਨੂੰ ਕਦੇ ਆਇਆ। ਦਰਅਸਲ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਕਈ ਹਜ਼ਾਰ ਫਾਈਲਾਂ ਅਜਿਹੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦੇ ਦਿੱਤੀਆਂ ਜੋ ਦਰਅਸਲ ਉਹਨਾਂ ਦੇ ਨਾਲ ਹੁਣ ਕੰਮ ਹੀ ਨਹੀਂ ਕਰ ਰਹੇ, ਜਿਨ੍ਹਾਂ ਵਿੱਚੋਂ ਕਈ ਅਜਿਹੇ ਨੇ ਜਿਨ੍ਹਾਂ ਨੇ 16 ਸਾਲ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਦੇ ਨਾਲ ਕੰਮ ਕੀਤਾ ਸੀ। ਗਲੋਬਲ ਕੇਸ ਮੈਨੇਜਮੈਂਟ ਸਿਸਟਮ ਦੇ ਰਾਹੀਂ ਕੈਨੇਡਾ ਵਿੱਚ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਫਾਈਲਾਂ ਦੀ ਪ੍ਰਕਿਰਿਆ ਚਲਾਈ ਜਾਂਦੀ ਹੈ, ਜਿਸ ਦੇ ਉੱਤੇ ਜਾਣਕਾਰੀ ਸਾਹਮਣੇ ਆਈ ਕਿ 59,456 ਅਜਿਹੀਆਂ ਅਰਜ਼ੀਆਂ ਨੇ ਜਿਨ੍ਹਾਂ ਨੂੰ 779 ਸਾਬਕਾ ਕਾਮਿਆਂ ਦੇ ਨਾਮ ਤੇ ਦਿੱਤਾ ਗਿਆ ਲੰਘੀ ਫਰਵਰੀ ਵਿੱਚ। ਜਿਵੇਂ ਉਸ ਪੋਰਟਲ ਦੇ ਉੱਤੇ ਆਪਣੇ ਕੋਡ ਦੇ ਨਾਲ ਇਮੀਗ੍ਰੇਸ਼ਨ ਵਿਭਾਗ ਦੇ ਕਾਮੇ ਫਾਈਲਾਂ ਖੋਲ੍ਹਦੇ ਨੇ ਤਾਂ ਇਹਨਾਂ ਸਾਬਕਾ ਕਾਮਿਆਂ ਦੇ ਕੋਡ ਐਕਟਿਵ ਹੀ ਨਹੀਂ ਨੇ ਤੇ ਇਹਨਾਂ ਦੇ ਨਾਮ ਤੇ ਫਾਈਲਾਂ ਅਸਾਈਨ ਕਰ ਦਿੱਤੀਆਂ ਗਈਆਂ। ਇਮੀਗ੍ਰੇਸ਼ਨ ਵਿਭਾਗ ਦੇ ਕਾਮਿਆਂ ਨੂੰ ਇਹਨਾਂ ਕੋਡਸ ਦੇ ਰਾਹੀਂ ਹੀ ਜਾਣਿਆ ਜਾਂਦਾ ਹੈ। ਜਿਵੇਂ ਕਿ ਮੌਂਟਰੀਅਲ ਦੇ ਇੱਕ ਕਾਮੇ ਨੂੰ ਪ੍ਰਕਿਰਿਆ ਦੇ ਲਈ ਫਾਈਲ ਦੇ ਦਿੱਤੀ ਗਈ, ਪਰ ਉਸ ਕੋਡ ਦੇ ਉੱਤੇ ਤਾਂ ਆਖਰੀ ਵਾਰ ਅਕਤੂਬਰ 6, 2006 ਵਿੱਚ ਫਾਈਲ ਖੋਲ੍ਹੀ ਗਈ ਸੀ। ਯਾਨੀ ਕਿ ਕਈ ਸਾਲ ਤੋਂ ਜਿਸ ਕੋਡ ਦੇ ਉੱਤੇ ਕੋਈ ਫਾਈਲ ਹੀ ਨਹੀਂ ਖੋਲ੍ਹੀ ਗਈ ਤਾਂ ਹੁਣ ਉਸ ਦੇ ਉੱਤੇ ਦਿੱਤੀਆਂ ਗਈਆਂ ਫਾਈਲਾਂ ਦੀ ਪ੍ਰਕਿਰਿਆ ਕਿਵੇਂ ਚੱਲ ਸਕਦੀ ਹੈ। ਐਡਮਿੰਟਨ ਵਿੱਚ ਇੱਕ ਕਾਮਾ ਜਿਸ ਨੇ ਆਪਣੇ ਕੋਡ ਦੇ ਉੱਤੇ ਮਈ 9, 2007 ਤੋਂ ਬਾਅਦ ਕਦੀ ਕੰਮ ਨਹੀਂ ਕੀਤਾ ਕਿਉਂਕਿ ਉਹ ਕਾਮਾ ਹੁਣ ਇਮੀਗ੍ਰੇਸ਼ਨ ਵਿਭਾਗ ਦੇ ਨਾਲ ਕੰਮ ਕਰ ਨਹੀਂ ਰਿਹਾ ਹੋਵੇਗਾ। ਉਸ ਨੂੰ 19 ਫਾਈਲਾਂ ਦੇ ਦਿੱਤੀਆਂ ਗਈਆਂ ਤੇ ਉਹਨਾਂ 19 ਫਾਈਲਾਂ ਦੇ ਉੱਤੇ ਆਖਿਰ ਕਦੋਂ ਪ੍ਰਕਿਰਿਆ ਚਲਾਈ ਜਾਣੀ ਹੈ ਜਾਂ ਫਿਰ ਉਸ ਦੇ ਉੱਤੇ ਜਵਾਬ ਕਿਵੇਂ ਆਉਣਾ ਹੈ, ਇਸੇ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ, ਜਿਸ ਦੇ ਲਈ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਆਪਣੀਆਂ ਫਾਈਲਾਂ ਲਾਉਣ ਵਾਲੇ ਅਰਜ਼ੀ ਧਾਰਕਾਂ ਦੇ ਵੱਲੋਂ ਇਸ ਸਮੇਂ ਕਈ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਨੇ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਉਹਨਾਂ ਦੀਆਂ ਫਾਈਲਾਂ ਦੇ ਉੱਤੇ ਲੰਮੇ ਸਮੇਂ ਤੋਂ ਜੋ ਜਵਾਬ ਨਹੀਂ ਆ ਰਿਹਾ, ਉਸ ਦੇ ਪਿੱਛੇ ਕੁਝ ਅਜਿਹਾ ਕਾਰਨ ਹੈ ਜੋ ਕਿ ਇਮੀਗ੍ਰੇਸ਼ਨ ਵਿਭਾਗ ਦੇ ਅਣਗਹਿਲੀ ਕਹੀ ਜਾ ਸਕਦੀ ਹੈ। ਜਿਸ ਦੇ ਵਿੱਚ ਇੱਕ ਉਦਾਹਰਣ ਵੀ ਦਿੱਤੀ ਗਈ ਹੈ ਕਿ ਨੋਵਾ ਸਕੋਸ਼ੀਆ ਦੇ ਵਿੱਚ ਇੱਕ ਕੋਡ ਯਾਨੀ ਕਿ ਇੱਕ ਇਮੀਗ੍ਰੇਸ਼ਨ ਵਿਭਾਗ ਦਾ ਕਾਮਾ ਜਿਸ ਨੇ ਕਿ ਆਖਰੀ ਵਾਰ ਮਾਰਚ 23, 2021 ਦੇ ਵਿੱਚ ਕੰਮ ਕੀਤਾ SM 10353
ਜਿਸ ਦੇ ਨਾਮ ਦੇ ਉੱਤੇ 9540 ਅਰਜ਼ੀਆਂ ਨੂੰ ਅਸਾਈਨ ਕੀਤਾ ਗਿਆ। ਜਿਸ ਨੇ ਸਾਲ 2021 ਦੇ ਮਾਰਚ ਤੋਂ ਬਾਅਦ ਕੰਮ ਹੀ ਨਹੀਂ ਕੀਤਾ ਤਾਂ ਉਹ 9540 ਅਰਜ਼ੀਆਂ ਜੋ ਉਸ ਦੇ ਨਾਮ ਦੇ ਉੱਤੇ ਸਾਈਨ ਕੀਤੀਆਂ ਗਈਆਂ ਨੇ ਉਸ ਦੇ ਉੱਤੇ ਕਿਵੇਂ ਕਦੋਂ ਜਵਾਬ ਆਉਣਾ ਹੈ। ਤਾਂ ਕਈ ਕੋਰਟਸ ਦੇ ਬਾਰੇ ਕੁਝ ਇਸ ਤਰ੍ਹਾਂ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ CBC ਦੇ ਉੱਤੇ, ਜਿਸ ਦੇ ਵਿੱਚ ਸਾਰੀ ਜਾਣਕਾਰੀ ਦੱਸੀ ਗਈ ਹੈ। ਵੱਖੋ ਵੱਖਰੇ ਕੋਡ ਜੋ ਕਿ ਇਮੀਗ੍ਰੇਸ਼ਨ ਵਿਭਾਗ ਦੇ ਕਾਮਿਆਂ ਦੇ ਨਾਮ ਦੀ ਥਾਂ ਹੁੰਦੇ ਨੇ, ਉਹਨਾਂ ਦੇ ਨਾਮ ਦੇ ਉੱਤੇ ਕਿੰਨੀਆਂ ਅਰਜ਼ੀਆਂ ਅਸਾਈਨ ਹੋਈਆਂ ਪਈਆਂ ਨੇ ਤੇ ਉਹਨਾਂ ਵਿੱਚ ਕਿੰਨੇ ਕੋਡ ਨੇ ਜੋ ਕਈ ਸਾਲ ਤੋਂ ਐਕਟਿਵ ਹੀ ਨਹੀਂ ਹੋਏ। ਤਾਂ ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਜੋ ਇਹ ਕੰਮ ਨਾ ਕਰ ਰਹੇ ਕੋਡ ਹੁੰਦੇ ਨੇ ਉਹਨਾਂ ਨੂੰ ਡਿਲੀਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇਕਰ ਅਜਿਹਾ ਹੋ ਜਾਵੇ ਤਾਂ ਉਹ ਫਿਰ ਟਰੇਸ ਨਹੀਂ ਹੋਣਗੇ। ਇਸ ਨਾਲ ਜੁੜੇ ਹੁਣ ਕਈ ਸਵਾਲ ਚੁੱਕੇ ਜਾ ਰਹੇ ਨੇ ਤੇ ਮਾਹਰਾਂ ਦੇ ਵੱਲੋਂ ਇਸ ਉੱਤੇ ਸਖਤ ਕਦਮ ਚੁੱਕੇ ਜਾਣ ਦੇ ਲਈ ਇਮੀਗ੍ਰੇਸ਼ਨ ਵਿਭਾਗ ਦੇ ਉੱਤੇ ਦਬਾਅ ਵੀ ਬਣਾਇਆ ਜਾ ਰਿਹਾ ਹੈ। ਹੁਣ ਅਗਲੀ ਖਬਰ ਹੈ, ਮੈਂ ਕੈਨੇਡਾ ਵਿੱਚ ਜਿੰਨੇ ਵੀ ਕਿਰਾਏ ਦੇ ਉੱਤੇ ਰਹਿ ਰਹੇ ਨੇ ਉਹਨਾਂ ਦੇ ਵਾਸਤੇ, ਜਿਸ ਵਾਸਤੇ ਇਹ ਜ਼ਰੂਰੀ ਨਹੀਂ ਕਿ ਤੁਹਾਡਾ ਸਟੇਟਸ ਕੀ ਹੈ, ਕਿ ਇੰਟਰਨੈਸ਼ਨਲ ਸਟੂਡੈਂਟ ਹੋ ਤੁਸੀਂ ਜਾਂ ਵਰਕ ਪਰਮਿਟ ਤੇ ਹੋ ਜਾਂ PR ਹੋ ਜਾਂ ਸਿਟੀਜ਼ਨ ਹੋ, ਕਿਰਾਏ ਦੇ ਉੱਤੇ ਰਹਿ ਰਹੇ ਹੋ ਤੇ ਕੁਝ ਸ਼ਰਤਾਂ ਨੇ ਜਿਹੜੀ ਯੋਗਤਾ ਨੂੰ ਜੇਕਰ ਪੂਰਾ ਕਰਦੇ ਹੋ ਤਾਂ ਤੁਸੀਂ $500 ਦੀ ਮਦਦ ਇਸ ਸਮੇਂ ਲੈ ਸਕਦੇ ਹੋ। ਇੱਕ ਵਾਰ ਦਿੱਤੀ ਜਾਣ ਵਾਲੀ ਇਸ ਮਦਦ ਦੇ ਵਾਸਤੇ ਸਾਰੀ ਜਾਣਕਾਰੀ ਜੋ ਕੈਨੇਡਾ ਸਰਕਾਰ ਨੇ ਸਾਂਝੀ ਕੀਤੀ ਹੈ ਤੇ ਸੋਮਵਾਰ ਨੂੰ ਇਸ ਵਾਸਤੇ ਅਰਜ਼ੀਆਂ ਖੋਲੀਆਂ ਨੇ, ਉਸ ਦੇ ਬਾਰੇ ਤੁਹਾਨੂੰ ਵਿਸਥਾਰ ਵਿੱਚ ਇਸ ਰਿਪੋਰਟ ਦੇ ਵਿੱਚ ਅਸੀਂ ਦੱਸਾਂਗੇ। ਕੈਨੇਡਾ ਸਰਕਾਰ $500 ਦੀ ਮਦਦ ਦੇ ਰਹੀ ਹੈ। ਇਹ ਇੱਕ ਵਾਰ ਮਿਲਣ ਵਾਲੀ ਮਦਦ ਹੈ, ਜਿਸ ਦੇ ਲਈ ਸੋਮਵਾਰ ਨੂੰ ਅਰਜ਼ੀਆਂ ਖੋਲ ਦਿੱਤੀਆਂ ਗਈਆਂ ਨੇ ਕਿ ਇਸ ਮਦਦ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ। ਜ਼ਰੂਰੀ ਨਹੀਂ ਹੈ ਕਿ ਕੈਨੇਡਾ ਵਿੱਚ PR ਜਾਂ ਸਿਟੀਜ਼ਨ ਹੋਣਾ ਹੀ ਲਾਜ਼ਮੀ ਹੈ, ਸਗੋਂ ਇੰਟਰਨੈਸ਼ਨਲ ਸਟੂਡੈਂਟ ਨੇ ਜੋ ਜਾਂ ਫਿਰ ਕੋਈ ਵਰਕ ਪਰਮਿਟ ਦੇ ਉੱਤੇ ਹੈ, ਜਿਹੜੇ ਕਿ ਕੈਨੇਡਾ ਦੇ ਵਸਨੀਕ ਨੇ ਤੇ ਉਹ ਸ਼ਰਤਾਂ ਨੂੰ ਪੂਰੀਆਂ ਕਰਦੇ ਨੇ ਜੋ ਕਿ ਰੱਖੀਆਂ ਗਈਆਂ ਨੇ CRA ਦੇ ਵੱਲੋਂ, ਉਹ $500 ਦੀ ਇਸ ਮਦਦ ਨੂੰ ਲੈ ਸਕਦੇ ਨੇ। ਕੈਨੇਡਾ ਹਾਊਸਿੰਗ ਬੈਨੀਫਿਟ ਪ੍ਰੋਗਰਾਮ, ਇਹ ਉਹ ਪ੍ਰੋਗਰਾਮ ਹੈ ਜੋ ਕਿਰਾਏਦਾਰਾਂ ਦੇ ਲਈ ਮਦਦ ਹੈ ਕਿ ਉਹਨਾਂ ਨੂੰ ਇੱਕ ਵਾਰ $500 ਮਿਲਣਗੇ। ਜਿਵੇਂ ਕਿ ਲਗਾਤਾਰ ਕਿਰਾਏ ਵੱਧ ਹੋ ਰਹੇ ਨੇ ਤਾਂ ਨਵੰਬਰ 2022 ਦੀ ਕਿਰਾਇਆਂ ਦੇ ਬਾਰੇ ਜੋ rentals.ca ਦੇ ਉੱਤੇ ਰਿਪੋਰਟ ਵੀ ਸਾਂਝੀ ਕੀਤੀ ਗਈ, ਉਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਅਕਤੂਬਰ ਵਿੱਚ ਕਿਰਾਇਆ ਔਸਤਨ $1976 ਪਾਇਆ ਗਿਆ ਹੈ, ਜੋ ਕਿ ਸਾਲਾਨਾ 11.8% ਦਾ ਵਾਧਾ ਹੈ ਤੇ $500 ਦੀ ਮਦਦ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਤੰਬਰ ਮਹੀਨੇ ਹੀ ਐਲਾਨ ਕਰ ਦਿੱਤਾ ਸੀ, ਜਿਸ ਵਾਸਤੇ ਫਾਰਮ ਹੁਣ ਖੋਲ ਦਿੱਤੇ ਗਏ ਨੇ। ਇਸ ਸਾਲ 2022 ਦੇ ਬਜਟ ਦਾ ਇਹ ਹਿੱਸਾ ਸੀ। ਕੈਨੇਡਾ ਸਰਕਾਰ ਮੁਤਾਬਕ ਇੱਕ ਵਾਰ ਟੈਕਸ ਤੋਂ ਬਿਨਾਂ $500 ਦਿੱਤੇ ਜਾਣਗੇ ਘੱਟ ਕਮਾਈ ਕਰਨ ਵਾਲੇ ਕਿਰਾਏਦਾਰਾਂ ਨੂੰ। ਕੈਨੇਡਾ ਰੈਵਨਿਊ ਏਜੰਸੀ ਇਹ ਮਦਦ ਦੇਵੇਗੀ। ਉਹ ਪਰਿਵਾਰ ਜਿਨ੍ਹਾਂ ਦੀ ਸਾਲਾਨਾ ਕਮਾਈ $35,000 ਤੋਂ ਘੱਟ ਹੈ ਜਾਂ ਇੱਕ ਵਿਅਕਤੀ ਜੋ ਕਿਰਾਏ ਦੇ ਉੱਤੇ ਰਹਿ ਰਿਹਾ ਹੈ ਤੇ $20,000 ਤੋਂ ਘੱਟ ਸਾਲਾਨਾ ਉਸ ਦੀ ਕਮਾਈ ਹੈ, ਉਹ ਇਸ ਮਦਦ ਦੇ ਲਈ ਯੋਗਤਾ ਰੱਖਦੇ ਨੇ ਤੇ ਉਹ ਕਿਰਾਏ ਦੇ ਉੱਤੇ ਰਹਿੰਦੇ ਹੋਣ। ਇਹ ਮਦਦ ਕਰੀਬ 18 ਲੱਖ ਕੈਨੇਡਾ ਵਾਸੀਆਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਵਿੱਚ ਵਿਦਿਆਰਥੀ ਵੀ ਸ਼ਾਮਲ ਨੇ। ਇਸ ਵਾਸਤੇ ਇਹ ਵੀ ਸ਼ਰਤਾਂ ਨੇ ਕਿ ਜਨਮ 1 ਦਸੰਬਰ 2007 ਤੋਂ ਪਹਿਲਾਂ ਹੋਇਆ ਹੋਵੇ, ਕੈਨੇਡਾ ਦੇ ਵਸਨੀਕ ਹੋਵੋ, ਆਪਣੀ ਕਮਾਈ, ਉਮਰ ਤੇ ਪਤਾ CRA ਦੇ ਕੋਲ ਵੈਰੀਫਾਈ ਕਰਵਾ ਸਕੋ ਤੇ ਜੇਕਰ ਚੈੱਕ ਰਾਹੀਂ ਮਦਦ ਲੈਣੀ ਹੈ ਤਾਂ ਸਾਲ 2021 ਦੀ ਇਨਕਮ ਟੈਕਸ ਰਿਟਰਨ ਵੀ ਦਿਖਾਉਣੀ ਹੋਵੇਗੀ। ਇਸ ਵਾਸਤੇ ਅਪਲਾਈ ਕਰਨ ਦੇ ਲਈ ਤੇ ਯੋਗਤਾ ਦੇ ਲਈ ਸਾਰੀ ਜਾਣਕਾਰੀ ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਸਾਂਝੀ ਕੀਤੀ ਗਈ ਹੈ, ਜਿਸ ਦਾ ਲਿੰਕ ਵੀ ਅਸੀਂ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਦੇਵਾਂਗੇ, ਜਿਸ ਦੇ ਵਿੱਚ ਜੋ ਵੀ CRA ਦੇ ਵੱਲੋਂ ਜਾਣਕਾਰੀ ਮੰਗੀ ਜਾਵੇਗੀ ਉਸ ਜਾਣਕਾਰੀ ਨੂੰ ਦਿੱਤਾ ਜਾਣਾ ਹੈ, ਜਿਸ ਤੋਂ ਬਾਅਦ ਜਦੋਂ ਵੈਰੀਫਾਈ ਹੋ ਗਈ ਤਾਂ $500 ਦੀ ਮਦਦ ਦਿੱਤੀ ਜਾਵੇਗੀ। ਇਸ ਵਾਸਤੇ ਅਰਜ਼ੀਆਂ ਮਾਰਚ 31, 2023 ਤੱਕ ਦਿੱਤੀਆਂ ਜਾ ਸਕਦੀਆਂ ਨੇ, ਯਾਨੀ ਕਿ 31 ਮਾਰਚ 2023 ਤੱਕ $500 ਦੀ ਮਦਦ ਕਦੀ ਵੀ ਲਈ ਜਾ ਸਕਦੀ ਹੈ ਅਪਲਾਈ ਕਰਕੇ, ਤੇ ਇਹ ਇੱਕੋ ਵਾਰ ਮਦਦ ਮਿਲਣੀ ਹੈ। ਜਿਵੇਂ ਕਿ ਇੱਕ ਵਾਰ ਮਿਲਣ ਵਾਲੀ $500 ਦੀ ਇਹ ਮਦਦ ਹੁਣ ਲਈ ਜਾ ਸਕਦੀ ਹੈ, ਜਿਸ ਵਾਸਤੇ ਹੁਣ ਅਪਲਾਈ ਕੀਤਾ ਜਾ ਸਕਦਾ, ਜਿਸ ਤੋਂ ਬਾਅਦ ਵਾਰੋ-ਵਾਰੀ ਜੋ ਉਸ ਮਦਦ ਨੂੰ ਭੇਜਿਆ ਜਾਵੇਗਾ ਕੈਨੇਡਾ ਸਰਕਾਰ ਦੇ ਵੱਲੋਂ। ਤੇ ਇਸ ਦੇ ਬਾਰੇ ਜੇਕਰ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ ਤੇ ਤੁਸੀਂ ਵੀ ਪੂਰੀ ਜਾਣਕਾਰੀ ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਜਾ ਕੇ ਇਸ ਦੇ ਬਾਰੇ ਹੋਰ ਲੈ ਸਕਦੇ ਹੋ। ਹੁਣ ਰੁਕ ਅਗਲੀ ਖਬਰ ਤੇ ਵੱਲ ਕਰਾਂਗੇ। ਵਾਟਰਲੂ ਦੇ ਵਿੱਚ ਚਾਕੂ ਮਾਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਨੌਜਵਾਨ ਦੇ, ਜਿਸ ਦੇ ਬਾਰੇ ਵਾਟਰਲੂ ਰੀਜਨਲ ਪੁਲਿਸ ਨੇ ਜੋ ਜਾਣਕਾਰੀ ਦਿੱਤੀ ਉਹ ਤੁਹਾਨੂੰ ਦੱਸਦੇ ਹਾਂ। ਵਾਟਰਲੂ ਰੀਜਨਲ ਪੁਲਿਸ ਨੇ ਦੱਸਿਆ ਕਿ ਉੱਥੇ ਕੈਂਬਰਿਜ ਵਿੱਚ ਇੱਕ ਵਪਾਰ ਦੇ ਬਾਹਰ ਇੱਕ ਨੌਜਵਾਨ ਦੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਦਰਅਸਲ ਪੁਲਿਸ ਨੇ ਦੱਸਿਆ ਕਿ ਐਤਵਾਰ ਦੀ ਰਾਤ ਨੂੰ 8:45 ਦੇ ਉੱਤੇ ਫ੍ਰੈਂਕਲਿਨ ਬੁਲੇਵਾਰਡ ਤੇ ਕੈਨਾਮੇਰਾ ਪਾਰਕਵੇ ਦੇ ਖੇਤਰ ਵਿੱਚ ਉਹਨਾਂ ਨੂੰ ਬੁਲਾਇਆ ਗਿਆ। ਐਮਰਜੈਂਸੀ ਟੀਮ ਜਦੋਂ ਮੌਕੇ ਦੇ ਉੱਤੇ ਪਹੁੰਚੀ ਤਾਂ ਉੱਥੇ ਕੈਂਬਰਿਜ ਵਿੱਚ ਰਹਿਣ ਵਾਲਾ ਇੱਕ 21 ਸਾਲ ਦਾ ਨੌਜਵਾਨ ਜਿਸ ਤੇ ਕਿ ਚਾਕੂ ਲੱਗਿਆ ਹੋਇਆ ਸੀ, ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ।
ਜਿਸ ਤੋਂ ਬਾਅਦ ਜਾਂਚ ਟੀਮ ਨੇ ਮੌਕੇ ਦੇ ਉੱਤੇ ਹੀ ਕੈਂਬਰਿਜ ਦੇ ਹੀ ਰਹਿਣ ਵਾਲੇ ਇੱਕ 42 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੇ ਉੱਤੇ ਹਮਲਾ ਕਰਨ, ਹਥਿਆਰ ਰੱਖਣ ਤੇ ਨਾਲ ਹੀ ਹੋਰ ਵੀ ਕਈ ਮਾਮਲੇ ਦਰਜ ਕੀਤੇ ਗਏ ਨੇ। ਜਿਸ ਤੋਂ ਬਾਅਦ ਇਹ ਮਾਮਲਾ ਹੁਣ ਅਦਾਲਤ ਵਿੱਚ ਚੱਲੇਗਾ, ਜਿਸ ਦੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਚਾਕੂ ਮਾਰਨ ਦੇ ਮਕਸਦ ਦੇ ਬਾਰੇ ਹਜੇ ਕੁਝ ਕਿਹਾ ਨਹੀਂ ਜਾ ਸਕਦਾ, ਜਿਸ ਦੇ ਬਾਰੇ ਜਾਂਚ ਚੱਲ ਰਹੀ ਹੈ। ਹੁਣ ਰੁਕ ਅਗਲੀ ਖਬਰ ਵੱਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਇਵੈਂਟ ਦੇ ਵਿੱਚ ਪਹੁੰਚੇ ਆਪਣੇ ਪੁੱਤਰ ਦੇ ਨਾਲ, ਜਿੱਥੇ ਕਿ ਬੱਚਿਆਂ ਦੇ ਲਈ ਖਿਡੌਣੇ ਦਾਨ ਕੀਤੇ ਗਏ। ਕੀ ਸੀ ਇਹ ਇਵੈਂਟ ਤੇ ਇਸ ਦੇ ਬਾਰੇ ਸਾਰੀ ਜਾਣਕਾਰੀ ਹੁਣ ਤੁਹਾਨੂੰ ਅਸੀਂ ਦੱਸਾਂਗੇ। ਕੈਨੇਡਾ ਭਰ ਵਿੱਚ ਕ੍ਰਿਸਮਸ ਮੌਕੇ ਟੌਏ ਡਰਾਈਵਸ ਹੁੰਦੀਆਂ ਨੇ, ਯਾਨੀ ਕਿ ਇੱਕ ਥਾਂ ਦੇ ਉੱਤੇ ਖਿਡੌਣੇ ਇਕੱਠੇ ਕੀਤੇ ਜਾਂਦੇ ਨੇ, ਜਿਨ੍ਹਾਂ ਨੂੰ ਫਿਰ ਬੱਚਿਆਂ ਨੂੰ ਦੇ ਦਿੱਤਾ ਜਾਂਦਾ ਹੈ। ਖਾਸ ਕਰ ਹਸਪਤਾਲਾਂ ਵਿੱਚ ਜਾਂ ਹੋਰ ਲੋੜਵੰਦ ਪਰਿਵਾਰਾਂ ਦੀ ਮਦਦ ਦੇ ਲਈ ਇਹ ਉਪਰਾਲਾ ਕੀਤਾ ਜਾਂਦਾ ਹੈ, ਤਾਂ ਕਿ ਕ੍ਰਿਸਮਸ ਮੌਕੇ ਕੋਈ ਵੀ ਬੱਚਾ ਅਜਿਹਾ ਨਾ ਹੋਵੇ ਜੋ ਇਹ ਮਹਿਸੂਸ ਕਰੇ ਕਿ ਉਸ ਨੂੰ ਖਿਡੌਣੇ ਨਹੀਂ ਮਿਲੇ। ਕੁਝ ਇਸੇ ਤਰ੍ਹਾਂ ਦਾ ਇਵੈਂਟ ਓਕਵਿਲ ਦੇ ਵਿੱਚ ਵੀ ਹੋਇਆ, ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਛੋਟੇ ਪੁੱਤਰ ਦੇ ਨਾਲ ਪਹੁੰਚੇ ਤੇ ਖਿਡੌਣੇ ਦਾਨ ਉਹਨਾਂ ਦੇ ਵੱਲੋਂ ਕੀਤੇ ਗਏ, ਜਿੱਥੇ ਕਿ ਕਈ ਪਰਿਵਾਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਗਈ। ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਛੋਟੇ ਬੱਚਿਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਛੋਟਾ ਪੁੱਤਰ ਵੀ ਬੱਚਿਆਂ ਨਾਲ ਗੱਲਬਾਤ ਕਰ ਰਿਹਾ ਸੀ। ਇਸ ਬੁਲੇਟਿਨ ਦੀ ਆਖਰੀ ਖਬਰ ਕਿ ਇੱਕ ਲੋਕ ਸਭਾ ਮੈਂਬਰ ਦਾ ਅੱਜ ਦੇਹਾਂਤ ਹੋਇਆ, ਜਿਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਪਾਰਲੀਮੈਂਟ ਦੇ ਵਿੱਚ ਵੀ। ਮੈਨੀਟੋਬਾ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਜਿਮ ਕਾਰ ਦਾ ਦੇਹਾਂਤ ਹੋ ਗਿਆ, ਜੋ ਲੰਮੇ ਸਮੇਂ ਤੋਂ ਕੈਂਸਰ ਦੇ ਨਾਲ ਲੜ ਰਹੇ ਸੀ। ਸੋਮਵਾਰ ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਸ ਦੇ ਬਾਰੇ ਦੱਸਿਆ ਗਿਆ, ਜਿਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਵਿਨੀਪੈਗ ਸਾਊਥ ਤੋਂ ਸਾਲ 2015 ਤੋਂ ਜਿਮ ਲੋਕ ਸਭਾ ਮੈਂਬਰ ਸਨ, ਜਿਨ੍ਹਾਂ ਨੂੰ ਸਾਲ 2019 ਦੇ ਚੋਣ ਪ੍ਰਚਾਰ ਦੌਰਾਨ ਪਤਾ ਲੱਗਿਆ ਸੀ ਕਿ ਉਹ ਕੈਂਸਰ ਤੋਂ ਪੀੜਤ ਨੇ, ਜਿਸ ਤੋਂ ਬਾਅਦ ਉਹਨਾਂ ਦੀਆਂ ਕਿਡਨੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਿਮ ਕਾਰ ਦੀ ਉਮਰ 71 ਸਾਲ ਸੀ, ਜਿਨ੍ਹਾਂ ਪਿਛਲੇ ਹਫ਼ਤੇ ਹੀ ਬਿਆਨ ਦਿੱਤਾ ਸੀ ਕਿ ਬੇਸ਼ੱਕ ਉਹਨਾਂ ਦੀ ਸਿਹਤ ਸਾਥ ਨਹੀਂ ਸੀ ਦੇ ਰਹੀ, ਪਰ ਉਹ ਧੰਨਵਾਦੀ ਨੇ ਕਿ ਉਹਨਾਂ ਨੂੰ ਇੱਕ ਹੋਰ ਮੌਕਾ ਮਿਲਿਆ ਆਪਣੇ ਦੇਸ਼ ਦੇ ਲਈ ਕੰਮ ਕਰਨ ਵਾਸਤੇ, ਜਿਸ ਨੂੰ ਉਹ ਬਹੁਤ ਪਿਆਰ ਕਰਦੇ ਨੇ। ਜਿਮ ਕਾਰ ਦੇ ਨਾਲ ਆਪਣੀ ਇੱਕ ਤਸਵੀਰ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹਨਾਂ ਦੀ ਟੀਮ ਨੇ ਇੱਕ ਕੀਮਤੀ ਮੈਂਬਰ ਖੋ ਦਿੱਤਾ ਹੈ, ਆਪਣੇ ਦੇਸ਼ ਨੇ ਇੱਕ ਸਮਰਪਿਤ ਲੋਕ ਸਭਾ ਮੈਂਬਰ ਖੋ ਦਿੱਤਾ ਹੈ ਤੇ ਕਈਆਂ ਨੇ ਆਪਣਾ ਦੋਸਤ ਖੋਇਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਇਸੇ ਨਾਲ ਹੀ ਸੋਮਵਾਰ ਨੂੰ ਹੋਰ ਲੋਕ ਸਭਾ ਮੈਂਬਰਾਂ ਨੇ ਪਾਰਲੀਮੈਂਟ ਦੇ ਵਿੱਚ ਮੌਨ ਧਾਰਿਆ ਕੁਝ ਦੇਰ ਦੇ ਵਾਸਤੇ ਤੇ ਸ਼ਰਧਾਂਜਲੀ ਭੇਟ ਕੀਤੀ। I don't know how appropriate this is, but I would ask my colleagues if you, Mr. Speaker, could just give a moment of silence. Our colleague Jim Carr just passed away, and I think it would be an appropriate thing if we could just have a moment of silence and a prayer. We'll stand for a moment of silence for the passing of the honourable member Jim Carr. I thought maybe it'd be good to just pass on, of course, people want to speak quickly to this. I think maybe we'll allow that for a few moments, but just to pass on our deepest condolences to the constituents of Winnipeg South Centre, of course, to Mr. Carr's family and friends on his passing. He was only in here last week passing his bill, so it just shows how quickly things can change in our lives, and then we lose friends and family in that way. So I know maybe the honourable member for Winnipeg North, anything quickly to add before we move on to our next.
You're the closest. Yes, well, thank you, Mr. Speaker. I realize it's a very sensitive time, and there's no doubt other members that would like to be able to contribute at a more appropriate time in giving our condolences to the family and friends. We all know Jim's passion for his country. We saw that in just a speech he delivered last week. I think for now, Mr. Speaker, with the support of the House, we can either just take a quick 2-minute recess and then get back into SOs at that point, if it's deemed appropriate from yourself as the chair. Just a 2-minute recess break, just in case the House leaders want to negotiate something in between.